पंछी तां उड़ गए ने रुख भी सलाहां करन, चलो इत्थों चलीए। घर घर पुत कहण छड्ड बापू हुण की रखिया जमीन विच, बेच के सियाड़ चार करके जुगाड़ कोई, चल इत्थों चलीए। तू नहीं सुने टिकी राते पिंड दे मसाणा विच, मोए किरसान ते मजूर सारे यही बृंद गान गाउंदे, चलो इत्थों चलीए, चलो इत्थों चलीए। आ जिहड़े नशियां दे उड़न खटोले विच बैठ जांदे, उन्हां ने भी बस इत्थों जाण दा ही राह जाणी लभ्या। ते आ जिहड़े कुੱਖਾਂ ਵਿੱਚ ਧੀਆਂ ਨੂੰ ਸੁਨੇਹਾ ਦਿੰਦੇ ਨਸ਼ਤਰਾਂ ਦੀ ਭਾਸ਼ਾ ਵਿੱਚ, ਇੱਥੇ ਕਿੱਥੇ ਆ ਗਈਆਂ, ਇੱਥੇ ਆ ਕੇ ਕੀ ਲੈਣਾ, ਤੋਮਤਾਂ ਤੇ ਵਹਿਸ਼ਤਾਂ ਦਾਗ ਲੈਣੇ ਦੁੱਖ ਦੇ ਜਨਾਹ ਦੇ ਤੇਜ਼ਾਬ ਦੇ, ਜਾਓ ਜਾਓ ਚਲੇ ਜਾਓ। ਜਿਹੜੇ ਇੱਥੇ ਆਏ ਹੋਏ ਉਹ ਤਾਂ ਅੱਗੇ ਆਖਦੇ ਨੇ ਚਲੋ ਇੱਥੋਂ ਚੱਲੀਏ, ਚਲੋ ਇੱਥੋਂ ਚੱਲੀਏ। ਇਹੀ ਬ੍ਰਿੰਦ ਗਾਨ ਹੈ, ਇਹੀ ਹੈ ਸਮੂਹ ਗਾਨ, ਗੈਰ ਸਰਕਾਰੀ ਅੱਜ ਇਹੀ ਕੌਮੀ ਗੀਤ ਹੈ, ਚਲੋ ਇੱਥੋਂ ਚੱਲੀਏ। ਹੈ ਕੋਈ ਕਵੀ ਇੱਥੇ, है कोई संगीतकार, साजियां दी टोली कोई, ਜਿਹੜੀ ਹੋਰ ਰਾਗ ਛੇੜੇ, ਜਿਹੜੀ ਹੋਰ ਤਾਲ ਛੇੜੇ। ਅਸੀਂ ਇੱਥੇ ਵਸਣਾ, ਅਸੀਂ ਇਸ ਧਰਤੀ ਨੂੰ ਬਣਾ ਬਣਾਏ ਵਸਣਯੋਗ ਰਸਣਯੋਗ, ਅਸੀਂ ਇੱਥੇ ਵਸਣਾ। ਹੈ ਕੋਈ ਕਵੀ ਇੱਥੇ, ਹੈ ਕੋਈ ਸੰਗੀਤਕਾਰ, ਸਾਜ਼ੀਆਂ ਦੀ ਟੋਲੀ ਕੋਈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੰਵਰ ਸਿੰਘ ਬੇਦੀ। ਕੁਝ ਕਿਹਾ ਤਾਂ ਹਨੇਰਾ ਜਰੇਗਾ, ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਲੇਖਕ ਸਰਜੀਤ ਪਾਤਰ ਸਾਡੇ ਨਾਲ ਨੇ, ਜ਼ਰੂਰ ਗੱਲਬਾਤ ਕਰਾਂਗੇ ਕਿ ਅੱਜ ਕੱਲ੍ਹ ਕਿਸ ਤਰ੍ਹਾਂ ਦਾ ਸਫ਼ਰ ਉਹਨਾਂ ਦਾ ਚੱਲ ਰਿਹਾ ਤੇ ਸਾਹਿਤ ਦੇ ਵਿੱਚ ਰੁਝਾਨ ਕਿਉਂ ਘਟ ਰਿਹਾ। ਕਿਉਂਕਿ ਲੇਖਕ ਤਾਂ ਲਿਖ ਰਹੇ ਆ, ਕਿਤਾਬਾਂ ਲਿਖੀਆਂ ਜਾ ਰਹੀਆਂ, ਕਿਤਾਬਾਂ ਲਾਇਬ੍ਰੇਰੀਆਂ ਦੇ ਵਿੱਚ ਸ਼ਿੰਗਾਰ ਬਣ ਰਹੀਆਂ, ਪਰੰਤੂ ਲਿਖਣ ਵਾਲੇ ਤੇ ਸਮਝਣ ਵਾਲੇ ਗਿਆਨ ਨੂੰ ਬਹੁਤ ਘੱਟ ਰਹੇ। ਲੋਕਾਂ ਦੇ ਵਿੱਚ ਜਿਹੜਾ ਰੁਝਾਨ ਹੈ ਕਿਤੇ ਨਾ ਕਿਤੇ ਘੱਟ ਪਾਇਆ ਜਾ ਰਿਹਾ। ਪਾਤਰ ਸਾਹਿਬ, ਤੁਹਾਡਾ ਸਵਾਗਤ ਹੈ ਮਦਰਸਾ ਟੀਵੀ ਤੇ ਜੀ। ਪਾਤਰ ਸਾਹਿਬ, ਕਿਵੇਂ ਦੇਖਦੇ ਹੋ ਸਾਹਿਤ ਤਾਂ ਲਿਖਿਆ ਜਾ ਰਿਹਾ, ਇਹ ਲਾਇਬ੍ਰੇਰੀਆਂ ਨੇ ਉਹਨਾਂ ਦਾ ਸ਼ਿੰਗਾਰ ਬਣ ਰਿਹਾ, ਪਰ ਲੱਗਦਾ ਕਿ ਲਿਖਣ ਵਾਲੇ ਤਾਂ ਲਿਖ ਰਹੇ ਆ ਪਰ ਜਿਹੜੇ ਪਾਠਕ ਨੇ ਉਹ ਘੱਟ ਰਹੇ ਆ। ਦੋ ਗੱਲਾਂ ਨੇ ਮੈਂ ਜੋ ਸਮਝਦਾ। ਪਹਿਲੀ ਗੱਲ ਤਾਂ ਹੈ ਕਿ ਹੁਣ ਸਾਹਿਤ ਅਜੇ ਪੜ੍ਹਨ ਵਾਲੇ ਅਜੇ ਵੀ ਹੈਗੇ। ਤੁਸੀਂ ਪਿੱਛੇ ਜੇ ਮਾਲਵੇ 'ਚ ਯਾਨੀ ਪੁਸਤਕ ਮੇਲਾ ਲੱਗਿਆ, ਉੱਥੋਂ ਕਾਫੀ ਲੋਕਾਂ ਨੇ ਖਰੀਦੀਆਂ ਔਰ ਪਬਲਿਸ਼ਰ ਛਾਪ ਰਹੇ ਆ ਬਹੁਤ ਜ਼ਿਆਦਾ ਔਰ ਪੜ੍ਹ ਵੀ ਰਹੇ ਲੋਕ। ਲੇਕਿਨ ਹੋਇਆ ਕੀ ਹੈ ਕਿ ਇੱਕ ਤਾਂ ਕਿਤਾਬਾਂ ਬਹੁਤ ਜ਼ਿਆਦਾ ਛਪਦੀਆਂ। ਮੈਂ ਤਾਂ ਕਹਿ ਰਿਹਾ ਕਿ ਕਿਸੇ ਵੇਲੇ ਪਬਲਿਸ਼ਰ ਹੁੰਦੇ ਸੀਗੇ ਇੱਕ ਬ੍ਰਾਂਡ ਨੇਮ ਕਿ ਅਸੀਂ ਆਹ ਕਿਤਾਬ ਛਾਪਣੀ ਆ, ਆਹ ਅਸੀਂ ਨਹੀਂ ਛਾਪਣੀ, ਹੈ ਨਾ। ਕਿ ਜਿੱਦਾਂ ਉਹਨਾਂ ਨੇ ਆਪਣੇ ਸਲਾਹਕਾਰ ਰੱਖੇ ਹੁੰਦੇ ਸੀਗੇ, ਜਿਵੇਂ ਅੰਗਰੇਜ਼ੀ ਕਵਿਤਾ 'ਚ ਕਿਸੇ ਵੇਲੇ T.S. ਐਲੀਅਟ ਸਲਾਹ ਕਰ ਰਿਹਾ ਕਿ ਆਹ ਮੈਂ ਕਿਤਾਬ ਛਾਪ ਲਈਏ ਜੀ, ਉਹਨੇ ਕਹਿਣਾ ਹਾਂ ਠੀਕ ਆ। ਤਾਂ ਉਦੋਂ ਹੁੰਦਾ ਸੀ ਕਿ ਜੇ ਉਸ ਪਬਲਿਸ਼ਰ ਨੇ ਕਿਤਾਬ ਛਾਪੀ, ਸਮਝ ਲਓ ਕਿ ਉਹ ਇੱਕ ਤਰ੍ਹਾਂ ਦਾ ਜ਼ਾਮਨ ਆ ਇਸ ਗੱਲ ਦੀ ਕਿਤਾਬ ਪੜ੍ਹਨ ਯੋਗ ਹੈ। ਹੁਣ ਪਬਲਿਸ਼ਰ ਪ੍ਰਿੰਟਰ ਬਣ ਕੇ ਰਹਿ ਗਿਆ ਕਿ ਕੋਈ ਵੀ ਉਹਨਾਂ ਨੂੰ ਪੈਸੇ ਦੇਵੇ ਅਤੇ ਕਿਤਾਬ ਛਪਵਾ ਲਵੇ। ਸੋ ਇਸ ਇੱਕ ਤਾਂ ਕਿਤਾਬ ਜਿਹੜੀ ਬਹੁਤ ਜ਼ਿਆਦਾ ਸਾਹਿਤ ਛਪ ਰਿਹਾ ਅਤੇ ਇਹ ਲੱਗਦਾ ਕਿ ਕਿਤਾਬਾਂ ਤਾਂ ਕੋਈ ਪੜ੍ਹ ਨਹੀਂ ਰਿਹਾ। ਲੇਕਿਨ ਚੰਗਾ ਸਾਹਿਤ ਮੈਂ ਸਮਝਦਾ ਪੜ੍ਹਿਆ ਜਾ ਰਿਹਾ। ਪ੍ਰਕਾਸ਼ਕ ਵੀ ਇਹ ਗੱਲ ਕਹਿੰਦੇ ਆ ਕਿ ਆਹ ਕਿਤਾਬਾਂ ਵਿਕਦੀਆਂ, ਆਹ ਨਹੀਂ ਵਿਕਦੀਆਂ, ਆਹ ਲੋਕ ਪੜ੍ਹਦੇ, ਆਹ ਨਹੀਂ ਪੜ੍ਹਦੇ। ਦੂਜਾ ਗੱਲ ਹੈ ਕਿ ਦੁਨੀਆ ਬਦਲ ਗਈ। ਅਸੀਂ ਕਿੰਨਾ ਕੁਝ ਸਾਡੇ ਹੁਣ ਜਾਣੀ ਮਹਾਨ ਕੋਸ਼ ਮੇਰੇ ਉਹਦੇ ਵਿੱਚ ਆ ਗਿਆ ਮੋਬਾਈਲ 'ਚ, ਹੈ ਨਾ, ਔਰ ਡਿਕਸ਼ਨਰੀ ਮੇਰੇ ਮੋਬਾਈਲ 'ਚ ਆ ਗਈ। ਅਤੇ ਕਿੰਨਾ ਔਰ ਇੱਕ ਪੂਰੀ ਕਿਸੇ ਬੰਦੇ ਨੇ ਸਾਈਟ ਬਣਾਈ ਜਿਹਦੇ 'ਚ ਪੂਰੀ ਪੰਜਾਬੀ ਕਵਿਤਾ 'ਚੋਂ ਚੋਣਵੀਂ, ਕਿ ਉੱਥੇ ਵਾਰਿਸ ਸ਼ਾਹ ਵੀ ਆ, ਕਾਦਰ ਯਾਰ ਵੀ ਆ, ਬੁੱਲੇ ਸ਼ਾਹ ਵੀ ਆ, ਹੁਣ ਤੱਕ ਦੇ ਕਵੀ ਉਹਦੇ 'ਚ, ਹੈ ਨਾ। ਕਿ ਇੱਕ ਕਿਤਾਬਾਂ ਤੋਂ ਜਿਹੜੀ ਗੱਲ ਸੀ ਉਹ ਇੱਧਰ ਨੂੰ ਵੀ ਤੁਰ ਪਈ। ਸੋ ਉੱਥੇ ਵੀ ਲੋਕ ਪੜ੍ਹ ਰਹੇ। ਤੇ ਪਾਤਰ ਸਾਹਿਬ, ਜੇ ਗੱਲ ਕਰ ਲਈ ਜਾਵੇ ਤਾਂ ਜਿਸ ਤਰ੍ਹਾਂ ਸਾਹਿਤ ਦੀਆਂ ਸੱਥਾਂ ਲੱਗਦੀਆਂ ਸੀ, ਬਹੁਤ ਸਾਰੇ ਜਿਹੜੇ ਸਾਹਿਤਕਾਰ ਸੀ ਦੇਖਣ ਨੂੰ ਮਿਲਦੇ ਸੀ ਕਿ ਬੜਾ ਚਾਅ ਹੁੰਦਾ ਸੀ ਲੋਕਾਂ ਦੇ ਵਿੱਚ ਕਿ ਅਜੇ ਵੱਡੇ ਵੱਡੇ ਜਿਹੜੇ ਸਾਹਿਤਕਾਰ ਹੈ ਉਹਨਾਂ ਦੇ ਦਰਸ਼ਨ ਕਰਨ ਨੂੰ ਮਿਲਦੇ ਨੇ। ਪਰੰਤੂ ਜਿਹੜੀਆਂ ਖਰੜੇ ਜਾਂ ਖੋਜ ਕਾਰਜ ਨੇ ਕਿਤੇ ਨਾ ਕਿਤੇ, ਜਿਵੇਂ ਭਾਸ਼ਾ ਭਾਗ ਬਹੁਤ ਵੱਡਾ ਡਿਪਾਰਟਮੈਂਟ ਹੈ, ਇਹਨਾਂ ਕੋਲ ਬਹੁਤ ਸਾਰੇ ਖੋਜ ਕਾਰਜ ਹੁੰਦੇ ਨੇ, ਪਰੰਤੂ ਕਾਫੀ ਸਮੇਂ ਤੋਂ ਜਿਹੜੇ ਖਰੜੇ ਨੇ ਰੁਲਦੇ ਨਜ਼ਰ ਆਉਂਦੇ ਆ, ਜਿਹੜਾ ਸਾਹਿਤ ਹੈ ਰੁਲਦਾ ਨਜ਼ਰ ਆਉਂਦਾ ਹੈ। ਕਿਤੇ ਨਾ ਕਿਤੇ ਜਿਹੜੀ ਬੇਕਦਰੀ ਹੈ ਉਹ ਸਮੇਂ ਦੇ ਵਿੱਚ ਜਿਹੜੀ ਹੈ ਦੇਖਣ ਨੂੰ ਮਿਲੀ ਹੈ। ਚਾਹੇ ਆਧੁਨਿਕ ਯੁੱਗ ਜਿਹੜਾ ਹੈ ਉਹ ਵੀ ਕਿਤੇ ਨਾ ਕਿਤੇ ਇਸ ਦੇ ਉੱਤੇ ਸੱਟ ਮਾਰਦਾ ਨਜ਼ਰ ਆ ਰਿਹਾ। ਬਿਲਕੁਲ, ਦੇਖੋ ਮੈਂ ਸਮਝਦਾ ਕਿ ਜਿਵੇਂ ਸਰਕਾਰਾਂ ਇਹ 'ਚ ਬਹੁਤ ਵੱਡੀਆਂ ਜ਼ਿੰਮੇਵਾਰ ਨੇ। ਪਹਿਲੀ ਤਾਂ ਗੱਲ ਤਾਂ ਹੈ ਕਿ ਜਿਹੜੇ ਸਾਡੇ ਸਕੂਲਾਂ ਤੋਂ ਲੈ ਕੇ ਕਿ ਸਾਡੇ ਜਿਹੜੇ ਸਰਕਾਰੀ ਸਕੂਲਾਂ ਦਾ ਇੰਨਾ ਮਾੜਾ ਹੋ ਗਿਆ ਕਿ ਸਰਕਾਰੀ ਸਕੂਲ 'ਚ ਕਿਸੇ ਯਾਨੀ ਸਰਦੇ ਪੁੱਜਦੇ ਬੰਦੇ ਦਾ ਬੱਚਾ ਨਹੀਂ ਪੜ੍ਹਦਾ, ਕਿ ਗਰੀਬਾਂ ਦੇ ਬੱਚੇ ਜਾਂ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਬੱਚੇ ਪੜ੍ਹਦੇ ਆ। ਅਤੇ ਸਰਕਾਰ ਨੇ ਇਹ ਸਭ ਕੁਝ ਹੋ ਲੈਣ ਦਿੱਤਾ। ਕੁਛ ਲੋਕਾਂ ਨੇ ਤਾਂ ਪ੍ਰਾਈਵੇਟ ਸਕੂਲਾਂ ਵਾਲਿਆਂ ਨਾਲ ਸਮਝੋ ਕਿ ਗੰਢ ਸੰਢ ਸੀ, ਉਸ ਕਰਕੇ ਵੀ ਉਹ ਇੰਨਾ ਫੈਲਾਅ ਹੋ ਗਿਆ ਕਿ ਉਹਦੇ ਨਾਲ ਪੰਜਾਬੀ ਨੂੰ ਬਹੁਤ ਘਾਟਾ ਪਿਆ। ਕਿ ਜਿਹੜੇ ਇਹਨਾਂ ਸਕੂਲ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ 'ਚ ਬੱਚੇ ਘਰੋਂ ਭਾਵੇਂ ਪੰਜਾਬੀ ਬੋਲਦੇ ਜਾਂਦੇ ਆ,
ਪਰ ਉੱਥੋਂ ਹਿੰਦੀ ਬੋਲਦੇ ਜਾਂ ਅੰਗਰੇਜ਼ੀ ਬੋਲਦੇ ਮੁੜਦੇ ਆ, ਕਿ ਉਸ ਗੱਲ ਦਾ ਬਹੁਤ ਵੱਡਾ ਨੁਕਸਾਨ। ਦੂਜਾ ਇਹ ਹੈ ਕਿ ਸਰਕਾਰਾਂ ਨੇ ਸਾਹਿਤ ਨੂੰ ਅਤੇ ਵਿੱਦਿਆ ਨੂੰ ਕੋਈ ਬਹੁਤੀ ਤਰਜੀਹ ਦਿੱਤੀ ਨਹੀਂ ਕਿ ਆਪਾਂ। ਔਰ ਦੂਜੀ ਗੱਲ ਹੈ ਕਿ ਇੰਨੀ ਸਮਝ ਆਪਾਂ ਹੁਣ ਦੇਖਿਆ ਹੀ ਆ ਨਵੀਂ ਸਰਕਾਰ ਵੇਲੇ ਕਿ ਜੋ ਵੀ ਕੇਸ, ਕਿੰਨੇ ਭ੍ਰਿਸ਼ਟਾਚਾਰ ਦੇ ਕੇਸ ਅਫਸਰਾਂ ਦੇ, ਮੰਤਰੀਆਂ ਦੇ ਨਿਕਲਦੇ, ਕਿ ਜਿਹੜਾ ਕੌਮੀ ਸਰਮਾਇਆ ਉਹ ਤਾਂ ਇੰਨਾ ਬਹੁਤ ਸਾਰਾ ਹਿੱਸਾ ਉਹਦਾ ਰਿਸ਼ਵਤਖੋਰੀ 'ਚ ਜਾ ਰਿਹਾ, ਕਾਲਾ ਧਨ ਜਾਣੀ ਉਹ ਕਾਲਾ ਧਨ ਬਣੀ ਜਾ ਰਿਹਾ। ਸੋ ਉਸ ਗੱਲ ਨੇ ਵੀ ਜਿਹੜਾ ਸਾਡੇ ਸਮੁੱਚੇ ਪੰਜਾਬ ਦੀ ਆਤਮਾ ਦਾ ਨੁਕਸਾਨ ਕੀਤਾ, ਪੰਜਾਬ ਦੇ ਪੂਰੇ ਵਿਕਾਸ ਦਾ ਨੁਕਸਾਨ ਕੀਤਾ, ਸਾਨੂੰ ਨਿਰਾਸ਼ ਕੀਤਾ। ਔਰ ਇਸ ਲਈ ਯਾਨੀ ਮੈਂ ਸਮਝਦਾ ਕਿ ਸਹੀ ਚੀਜ਼ਾਂ 'ਤੇ ਪੈਸੇ ਖਰਚ ਨਹੀਂ ਹੋਏ। ਪਰ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵੀ ਬਹੁਤ ਵੱਡੇ ਕਾਰਜ ਕਰਦੀ ਹੈ ਸਾਹਿਤ ਨੂੰ ਲੈ ਕੇ, ਜਿਵੇਂ ਭਾਸ਼ਾ ਭਾਗ ਦੀ ਆਪਾਂ ਗੱਲ ਕੀਤੀ ਸੀ, ਲੱਗਦਾ ਕਿ ਸਾਨੂੰ ਅਜਿਹੇ ਸਰਮਾਇਆ ਜਿਹੜਾ ਅੱਜ ਆਪਣੀ ਅਜੋਕੀ ਪੀੜ੍ਹੀ ਨੂੰ ਦੇਣ ਦੀ ਲੋੜ ਹੈ। ਕਿਤੇ ਨਾ ਕਿਤੇ ਸਾਨੂੰ ਸਾਹਿਤ ਵੱਲ ਜਾਂ ਗਿਆਨ ਵੱਲ ਮੋੜਾ ਪਾਉਣ ਦੀ ਲੋੜ ਹੈ, ਕਿਉਂਕਿ ਜਿਸ ਤਰ੍ਹਾਂ ਦਾ ਰੁਝਾਨ ਹੈ, ਮੋਬਾਈਲਾਂ ਦਾ ਰੁਝਾਨ ਹੈ, ਜਾਂ ਅੱਜ ਕੱਲ੍ਹ ਤਾਂ ਵੈਸੇ PDF ਜਿਹੜੀਆਂ ਫਾਈਲਾਂ ਜਿਵੇਂ ਆਧੁਨਿਕ ਦੌਰ ਦੇ ਵਿੱਚ ਕਿਤੇ ਨਾ ਕਿਤੇ ਚੀਜ਼ਾਂ ਇਫੈਕਟ ਵੀ ਕਰਦੀਆਂ, ਸਾਹਿਤ ਨੂੰ, ਖਰੜਿਆਂ ਨੂੰ ਇਫੈਕਟ ਕਰਦੀਆਂ ਨੇ। ਕਿਸ ਤਰ੍ਹਾਂ ਦਾ ਇੱਕ ਜਿਹੜਾ ਮੈਸੇਜ ਜਿਹੜਾ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਕਿ ਸਾਨੂੰ ਕਿਸ ਤਰ੍ਹਾਂ ਗਿਆਨ ਨਾਲ ਜੁੜਨਾ ਚਾਹੀਦਾ, ਕਿਸ ਤਰ੍ਹਾਂ ਸਾਹਿਤ ਨਾਲ ਜੁੜਨਾ ਚਾਹੀਦਾ? ਕਿਉਂਕਿ ਪਹਿਲਾਂ ਬਹੁਤ ਰੋਚਕਤਾ ਹੁੰਦੀ ਸੀ ਬੱਚਿਆਂ ਦੇ ਵਿੱਚ ਕਿ ਮੈਂ ਲਿਖਾਂ, ਛੋਟੇ-ਮੋਟੇ ਲੇਖ ਲਿਖਣੇ, ਕਵਿਤਾਵਾਂ ਲਿਖਣੀਆਂ, ਗਜ਼ਲਾਂ ਲਿਖਣੀਆਂ। ਜੇ ਅੱਜ ਦੀ ਪੀੜ੍ਹੀ ਦੇ ਵਿੱਚੋਂ ਇਹ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ। ਦੇਖੋ, ਕਿਤਾਬ ਦਾ ਇੱਕ ਆਪਣੀ ਕਸ਼ਿਸ਼ ਹੈ, ਯਾਨੀ ਸਾਡੀ ਪੀੜ੍ਹੀ ਲਈ ਖਾਸ ਕਰਕੇ ਜਿਹੜੇ ਕਿਤਾਬਾਂ 'ਚੋਂ ਹੀ ਪੜ੍ਹ ਕੇ ਤੱਕ ਪਹੁੰਚੇ, ਕੈਦੇ ਤੋਂ ਇੱਥੇ ਆਏ ਜਾਂ ਹੁਣ, ਕਿ ਉਹ ਤਾਂ ਕਿਤਾਬ ਨੂੰ ਮੈਂ ਕਦੀ ਯਾਨੀ ਉੱਤੇ ਜਿਹੜਾ ਲੈਪਟਾਪ ਵਗੈਰਾ ਮੈਂ ਪੜ੍ਹ ਨਹੀਂ ਸਕਦਾ ਬਹੁਤ ਜ਼ਿਆਦਾ, ਜਾਂ ਮੈਂ ਪ੍ਰਿੰਟ ਆਊਟ ਲਊਂਗਾ ਕਿ ਕੋਈ ਵੱਡਾ ਆਰਟੀਕਲ ਤਾਂ ਮਿਲ ਕੇ ਹੱਥ 'ਚ ਕਾਗਜ਼ ਆ ਗਏ। ਸੋ ਦੂਜੀ ਹੈ ਕਿ ਬਾਕੀ ਹੈ ਕਿ ਹੁਣ ਕਈ ਵਾਰੀ ਬਹੁਤ ਕਲਾਮਈ ਕਿਤਾਬਾਂ ਛਪਦੀਆਂ, ਮੈਂ ਕਾਫੀ ਟੇਬਲ ਬੁੱਕ ਹੈ ਜਿਹੜੀਆਂ ਲੋਕ, ਮੈਂ ਕਹਿੰਦਾ ਹੁਣ ਕਿਤਾਬਾਂ ਥੋੜ੍ਹੀਆਂ ਹੋਰ ਸੋਹਣੀਆਂ ਛਪਣੀਆਂ ਚਾਹੀਦੀਆਂ ਤਾਂ ਜੋ ਲੋਕਾਂ ਦੇ ਘਰਾਂ ਦਾ ਉਹ ਸ਼ਿੰਗਾਰ ਵੀ ਲੱਗਣ, ਕਿ ਜਿਹੜੇ ਹੁਣ ਸੋਹਣੇ ਘਰ ਇੰਨੇ ਬਣ ਰਹੇ ਆ ਉਹਨਾਂ 'ਚ ਇੱਕ ਉਹਨਾਂ ਕਿਤਾਬਾਂ ਦਾ ਜ਼ਰੂਰ ਹੋਇਆ ਕਰੇ ਜਿਹਦੇ 'ਚ 100-200 ਬਹੁਤ ਸ਼ਾਨਦਾਰ ਕਿਤਾਬ ਹੋਵੇ। ਸੋ ਇੱਕ ਇਹ ਗੱਲ ਚਾਹੀਦੀ ਕਿ ਜਿਹੜੇ ਸਾਡੇ ਵੱਡੇ ਕਵੀ ਨੇ, ਸੂਫੀ ਕਵੀ ਨੇ ਜਾਂ ਉਹ ਤੋਂ ਬਾਅਦ ਦੇ ਕਵੀ ਨੇ, ਜਾਂ ਗੁਰੂ ਸਾਹਿਬਾਨ ਬਾਰੇ ਵੀ ਕਿਤਾਬਾਂ ਨੇ, ਉਹ ਬਹੁਤ ਸੋਹਣੀਆਂ ਛਪਣ ਅਤੇ ਜਿਹਨਾਂ ਨੂੰ ਲੋਕ ਘਰ 'ਚ ਰੱਖਣ। ਇੱਕ ਐਡੀਸ਼ਨ ਸਸਤਾ ਹੋਵੇ ਜਿਹੜਾ ਲੋਕ ਪੜ੍ਹਨ, ਔਰ ਇੱਕ ਐਡੀਸ਼ਨ ਹੋਵੇ ਜਿਹਨੂੰ ਅਸੀਂ ਆਪਣੇ ਘਰਾਂ 'ਚ ਰੱਖੀਏ, ਔਰ ਬੱਚਿਆਂ ਨੂੰ ਇੱਕ ਉਹਨਾਂ ਦੀ ਫੋਲਣ 'ਚ ਇੱਕ ਖੁਸ਼ੀ ਮਹਿਸੂਸ ਹੋਵੇ, ਉਹਨਾਂ ਦੀ ਤਸਵੀਰਾਂ ਹੋਣ, ਉਹਨਾਂ ਦੀ ਜਿਹੜੀ ਪ੍ਰਿੰਟਿੰਗ ਹੈ, ਉਹਨਾਂ ਦੀ ਜੋ ਦਿੱਖ ਹੈ ਉਹ ਬਹੁਤ ਸ਼ਾਨਦਾਰ ਹੋਵੇ। ਕਿ ਕਿਤਾਬ ਨੂੰ ਹਰਮਨ ਪਿਆਰੀ ਬਣਾਉਣ ਲਈ ਜਾਂ ਹਰਮਨ ਪਿਆਰੀ ਬਣੀ ਰਹਿਣ ਲਈ ਸਾਨੂੰ ਇੱਦਾਂ ਦੇ ਖਾਸ ਯਤਨ ਕਰਨੇ ਚਾਹੀਦੇ ਆ। ਮੈਨੂੰ ਖੁਸ਼ੀ ਹੈ ਕੁਝ ਪਬਲਿਸ਼ਰ ਪੰਜਾਬੀ 'ਚ ਬੜੀਆਂ ਸੋਹਣੀਆਂ ਕਿਤਾਬਾਂ ਛਾਪ ਵੀ ਰਹੇ ਆ, ਜਿਵੇਂ ਐਤਕੀ ਬਰਗਾੜੀ ਜਿਹੜਾ ਮੇਲਾ ਹੁੰਦਾ ਉਹ 'ਚ ਮੈਂ ਕਿਤਾਬਾਂ ਦੇਖੀਆਂ ਕਿ ਬਹੁਤ ਸੋਹਣੀ ਜਿਹਨੂੰ ਕਹਿੰਦੇ ਪ੍ਰੋਡਕਸ਼ਨ ਵਾਲੀਆਂ। ਪਾਤਰ ਸਾਹਿਬ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਅੱਕ ਗਏ, ਪਰ ਲੱਗਦਾ ਕਿ ਜਿਹੜੀ ਅੱਜ ਦਾ ਮਾਹੌਲ ਹੈ, ਅਜੋਕਾ ਦੌਰ ਹੈ, ਇਹਦੇ ਵਿੱਚ ਬੰਦੇ ਜਿਹੜੇ ਆ ਵਾਕਈ ਬਿਰਖ ਹੁੰਦੇ ਜਾ ਰਹੇ ਆ। ਸਹੀ ਗੱਲ ਆ। ਇਸ ਗੱਲ ਦਾ ਚਲੋ ਇੱਕ ਤਾਂ ਸਮੁੱਚੇ ਜਾਂ ਆਪਾਂ ਦੁਨੀਆ ਦੇ ਢਾਂਚੇ 'ਚ ਦੇਖ ਲਈਏ ਕਿ ਜਿਹੜਾ ਵਿਸ਼ਵੀਕਰਨ ਨੇ ਕਿੱਦਾਂ ਦਾ ਬੰਦਿਆਂ ਨੂੰ ਆਰਥਿਕ ਮਨੁੱਖੀ ਬਣਾਤਾ, ਕਿ ਇੰਨੇ ਉਹਨਾਂ ਨੂੰ ਅਸੁਰੱਖਿਅਤ ਕਰ ਦਿੱਤਾ, ਉਹ ਇੰਨੇ ਆਪਣੀ ਨੌਕਰੀਆਂ ਤੋਂ ਐਂ ਮਹਿਸੂਸ ਕਰਦੇ ਵੀ ਪਤਾ ਨਹੀਂ ਕੱਲ੍ਹ ਨੂੰ ਨੌਕਰੀ ਰਹਿਣੀ ਕਿ ਨਹੀਂ ਰਹਿਣੀ, ਕਿ ਇੱਕ ਪੂੰਜੀਵਾਦ ਨੇ ਤੁਹਾਨੂੰ ਡਰਾ ਦਿੱਤਾ ਕਿ ਤੁਹਾਨੂੰ ਆਰਥਿਕ ਪੁਰਖ ਹੀ ਬਣੋਗੇ ਤੁਸੀਂ, ਨਾ ਸੱਭਿਆਚਾਰਕ ਪੁਰਖ ਰਹੋਗੇ, ਨਾ ਤੁਸੀਂ ਕੋਈ ਭਾਵਕ ਪੁਰਖ ਰਹਿੰਦੇ ਹੋ। ਕਿ ਇਹ ਇੱਕ ਬਹੁਤ ਵੱਡਾ ਘਾਟਾ ਇਸ ਗੱਲ ਦਾ ਪਿਆ ਕਿ ਜਿਹੜਾ ਅਸੀਂ ਸਾਡੇ ਵਿੱਚ ਸਮਾਜਵਾਦ ਦਾ ਸੁਪਨਾ ਸੀਗਾ ਉਹ ਇੱਕ ਵੱਡੇ ਲੈਵਲ 'ਤੇ ਟੁੱਟਿਆ। ਪਰ ਹੁਣ ਮੈਨੂੰ ਲੱਗਦਾ ਕਿ ਇੱਕ ਵਾਰੀ ਫਿਰ ਕੁਝ ਲੋਕ ਪਹਿਲਾਂ ਸਾਡੇ ਕਿ ਬੁੱਧੀਜੀਵੀ ਬਹੁਤ ਖੁਸ਼ ਹੋਏ ਸੀ, ਹੁਣ ਤਾਂ ਜੀ ਲਿਬਰਲ ਮਾਰਕੀਟ ਆ ਗਈ, ਇੱਦਾਂ ਹੋਊਗਾ, ਬਹੁਤ ਨੌਕਰੀਆਂ ਨਿਕਲਣਗੀਆਂ, ਉਹ ਜਿਹੜਾ ਕਿ ਸੁਪਨਾ ਝੂਠਾ ਸਾਬਤ ਹੋਇਆ। ਔਰ ਹੁਣ ਇੱਕ ਵਾਰ ਫਿਰ ਸਾਡੇ ਬੁੱਧੀਜੀਵੀ ਇਹਨੂੰ ਸੋਚ ਰਿਹਾ ਕਿ ਸਾਡੇ ਕੋਲ ਵੈਲਫੇਅਰ ਸਟੇਟ ਚਾਹੀਦੀ ਹੈ। ਸਾਡਾ ਕੌਨਸੈਪਟ ਇਹ ਨਾ ਹੋਵੇ ਕਿ ਅਸੀਂ ਵੱਧ ਜਾਣੀ ਸਰਮਾਇਆ ਇਕੱਠਾ ਕਰਨਾ, ਜਾਂ ਸਾਡੇ ਹੋਵੇ ਕਿ ਸਾਡੀ ਜਿਹੜੀ ਸਟੇਟ ਆ ਉਹਦੇ ਵਿੱਚ ਜੇ ਕੋਈ ਅਮੀਰ ਨੇ ਉਹਨਾਂ ਨੂੰ ਵੱਡਾ ਬਹੁਤ ਇਨਕਮ ਟੈਕਸ ਦੇਣਾ ਪਵੇ, ਟੈਕਸ, ਔਰ ਗਰੀਬਾਂ ਵੱਲ ਜਾਵੇ। ਸੋ ਇੱਦਾਂ ਦਾ ਇੱਕ ਮੁੜ ਕੇ ਲੋਕਾਂ ਦੇ ਮਨਾਂ ਵਿੱਚ, ਦੁਨੀਆ ਦੇ ਮਨਾਂ 'ਚ ਆ ਰਿਹਾ, ਕਿਉਂਕਿ ਕਿੰਨੇ ਅਦਰਵਾਈਜ਼ ਵਰਨਾ ਕੀ ਹੈ ਕਿ ਨੌਜਵਾਨਾਂ ਦਾ ਸਾਡੇ ਤਾਂ ਬਿਲਕੁਲ ਭਵਿੱਖ ਧੁੰਦਲਾ ਹੋ ਗਿਆ, ਉਹ ਦਿਸ਼ਾਹੀਣ ਵੀ ਹੋ ਗਏ, ਭਵਿੱਖਹੀਣ ਵੀ ਹੋ ਗਏ, ਨਿਰਾਸ਼ ਹੋ ਗਏ, ਔਰ ਫਰਸਟ੍ਰੇਟਡ ਵੀ ਹੋ ਗਏ, ਕੁੰਠਿਤ ਹੋ ਗਏ। ਸੋ ਉਹਨਾਂ ਸਾਰਿਆਂ ਦਾ ਇਲਾਜ ਇਹੀ ਹੈ ਕਿ ਇਹੋ ਜਿਹਾ ਨਿਜ਼ਾਮ ਸਿਰਜੀਏ ਦੁਨੀਆ 'ਤੇ
ਜਿੱਥੇ ਵੀ ਅਸੀਂ ਹੈਗੇ ਆ, ਜੇ ਪੰਜਾਬ 'ਚ ਆ ਤਾਂ ਅਸੀਂ ਪੰਜਾਬ ਨੂੰ ਆਪਣੇ ਸੁਪਨਿਆਂ ਦਾ ਪੰਜਾਬ ਬਣਾਈਏ। ਤੇ ਉਹਦੇ ਲਈ ਜ਼ਰੂਰੀ ਇਹੀ ਹੈ ਕਿ ਅਸੀਂ ਸਾਡੇ ਬੰਦੇ ਇਮਾਨਦਾਰ ਹੋਣ, ਸਾਡੇ ਵਜ਼ੀਰ ਇਮਾਨਦਾਰ ਹੋਣ, ਸਾਡੇ ਅਫਸਰ ਇਮਾਨਦਾਰ ਹੋਣ, ਔਰ ਉੱਥੋਂ ਹੀ ਸਾਰੀ ਕਹਾਣੀ ਚੱਲੇ ਔਰ ਵਿੱਦਿਆ ਸਿਸਟਮ ਦੇ ਵਿੱਚ ਤਬਦੀਲੀ ਆਵੇ ਤੇ ਇੱਕ ਤਰ੍ਹਾਂ ਪੰਜਾਬ ਦੀ ਤੇ ਵਿਸ਼ਵ ਦੀ ਪੁਨਰ ਸਿਰਜਣਾ ਦਾ ਦੌਰ ਸ਼ੁਰੂ ਹੋਵੇ। ਪਾਤਰ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਪਾਤਰ ਸਾਹਿਬ ਹੁਣ ਲਿਖ ਰਹੇ ਆ, ਕਿੰਨੀਆਂ ਕੁ ਕਿਤਾਬਾਂ ਜਿਹੜੀਆਂ ਨੇ ਹੋਰ ਅੱਗੇ ਆਉਣ ਜਾ ਰਹੀਆਂ ਹੈ, ਜਾਂ ਕੁਝ ਲੇਟੈਸਟ ਜਿਹੜੀ ਕਿਤਾਬ ਹੈ ਜਿਹੜੀ ਇਸ ਮਾਂ ਬੋਲੀ ਦੀ ਝੋਲੀ ਦੇ ਵਿੱਚ ਪਾਈ ਗਈ ਹੈ? ਮੈਂ ਲਿਖ ਰਿਹਾ ਲਗਾਤਾਰ, ਜਿਸ ਤਰ੍ਹਾਂ ਹੁਣ ਮੇਰੀ ਕਿਸਾਨ ਲਹਿਰ ਵੇਲੇ ਪੂਰੀ ਕਿਤਾਬ ਆਈ ਸੀ, ਇਹ ਬਾਤ ਮੇਰੀ ਇੰਨੀ ਹੀ ਨਹੀਂ, ਔਰ ਹੁਣ ਉਹ ਤੋਂ ਬਾਅਦ ਮੇਰੀ ਕਿਤਾਬ ਇੱਕ ਕਵਿਤਾਵਾਂ ਦੀ ਆ ਰਹੀ ਹੈ। ਇੱਕ ਮੈਂ ਆਪਣੇ ਸਾਰੇ ਗੀਤ ਜਿਹੜੇ ਮੈਂ ਗੀਤਾਂ ਤੌਰ 'ਤੇ ਲਿਖੇ ਜਾਂ ਕੁਝ ਨਾਟਕਾਂ ਲਈ ਲਿਖੇ ਸੀ, ਕੁਝ ਫਿਲਮਾਂ ਲਈ ਲਿਖੇ ਸੀ, ਉਹ ਮੈਂ ਸਾਰੇ ਇਕੱਠੇ ਕਰ ਰਿਹਾ। ਇੱਕ ਮੇਰੀ ਕਿਤਾਬ ਪੂਰੀ ਭਾਸ਼ਾ ਭਰੀਆਂ ਕਵਿਤਾਵਾਂ ਨੇ, ਜਿੱਦਾਂ ਉਹ ਜਾਣੀ 20-25 ਕਵਿਤਾਵਾਂ ਨੇ, ਜਿਹਦੇ ਵਿੱਚ ਮੈਂ ਸ਼ੁਰੂ ਕਰਦਾ ਮਰ ਰਹੀ ਹੈ ਮੇਰੀ ਭਾਸ਼ਾ, ਸ਼ਬਦ ਸ਼ਬਦ ਵਾਕ ਵਾਕ, ਉਹ ਪੂਰੀ ਲੰਬੀ ਕਵਿਤਾ। ਸੋ ਇਸ ਤਰ੍ਹਾਂ ਉਹ ਸਾਰੀ ਭਾਸ਼ਾ ਹੀ ਉਹਦਾ ਸਰੋਕਾਰ ਹੈ। ਕੁਝ ਸ਼ਬਦ ਨਵੀਂ ਰਚਨਾ ਦੇ ਵਿੱਚੋਂ? ਨਵੀਂ ਰਚਨਾ 'ਚ ਮੈਂ ਤੁਹਾਨੂੰ ਕੁਝ ਸ਼ਬਦ ਜਿਹੜੀ ਪੰਜਾਬ ਬਾਰੇ, ਹੁਣ ਦੇ ਪੰਜਾਬ ਬਾਰੇ, ਕਿ ਬੱਚਿਆਂ ਬਾਰੇ। ਪੰਛੀ ਤਾਂ ਉੱਡ ਗਏ ਨੇ, ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀਏ। ਘਰ ਘਰ ਪੁੱਤ ਕਹਿਣ ਛੱਡ ਬਾਪੂ, ਹੁਣ ਕੀ ਰੱਖਿਆ ਜ਼ਮੀਨ ਵਿੱਚ, ਵੇਚ ਕੇ ਸਿਆੜ ਚਾਰ ਕਰਕੇ ਜੁਗਾੜ ਕੋਈ, ਚੱਲ ਇੱਥੋਂ ਚੱਲੀਏ। ਤੂੰ ਨਹੀਂ ਸੁਣੇ ਟਿੱਕੀ ਰਾਤੇ ਪਿੰਡ ਦੇ ਮਸਾਣਾ ਵਿੱਚ, ਮੋਏ ਕਿਰਸਾਨ ਤੇ ਮਜ਼ਦੂਰ ਸਾਰੇ ਇਹੀ ਬ੍ਰਿੰਦ ਗਾਨ ਗਾਉਂਦੇ, ਚਲੋ ਇੱਥੋਂ ਚੱਲੀਏ, ਚਲੋ ਇੱਥੋਂ ਚੱਲੀਏ। ਆ ਜਿਹੜੇ ਨਸ਼ਿਆਂ ਦੇ ਉਡਣ ਖਟੋਲੇ ਵਿੱਚ ਬੈਠ ਜਾਂਦੇ, ਉਹਨਾਂ ਨੇ ਵੀ ਬਸ ਇੱਥੋਂ ਜਾਣ ਦਾ ਹੀ ਰਾਹ ਜਾਣੀ ਲੱਭਿਆ। ਤੇ ਆ ਜਿਹੜੇ ਕੁੱਖਾਂ ਵਿੱਚ ਧੀਆਂ ਨੂੰ ਸੁਨੇਹਾ ਦਿੰਦੇ ਨਸ਼ਤਰਾਂ ਦੀ ਭਾਸ਼ਾ ਵਿੱਚ, ਇੱਥੇ ਕਿੱਥੇ ਆ ਗਈਆਂ, ਇੱਥੇ ਆ ਕੇ ਕੀ ਲੈਣਾ, ਤੁਹਮਤਾਂ ਤੇ ਵਹਿਸ਼ਤਾਂ ਦਾਗ ਲੈਣੇ ਦੁੱਖ ਦੇ ਜਨਾਹ ਦੇ ਤੇਜ਼ਾਬ ਦੇ, ਜਾਓ ਜਾਓ ਚਲੇ ਜਾਓ, ਜਿਹੜੇ ਇੱਥੇ ਆਏ ਹੋਏ ਉਹ ਤਾਂ ਅੱਗੇ ਆਖਦੇ ਨੇ, ਚਲੋ ਇੱਥੋਂ ਚੱਲੀਏ, ਚਲੋ ਇੱਥੋਂ ਚੱਲੀਏ। ਇਹੀ ਬ੍ਰਿੰਦ ਗਾਨ ਹੈ, ਇਹੀ ਹੈ ਸਮੂਹ ਗਾਨ, ਗੈਰ ਸਰਕਾਰੀ ਅੱਜ ਇਹੀ ਕੌਮੀ ਗੀਤ ਹੈ, ਚਲੋ ਇੱਥੋਂ ਚੱਲੀਏ। ਹੈ ਕੋਈ ਕਵੀ ਇੱਥੇ, ਹੈ ਕੋਈ ਸੰਗੀਤਕਾਰ, ਸਾਜ਼ੀਆਂ ਦੀ ਟੋਲੀ ਕੋਈ, ਜਿਹੜੀ ਹੋਰ ਰਾਗ ਛੇੜੇ, ਜਿਹੜੀ ਹੋਰ ਤਾਲ ਛੇੜੇ, ਅਸੀਂ ਇੱਥੇ ਵਸਣਾ, ਅਸੀਂ ਇਸ ਧਰਤ ਨੂੰ ਬਣਾਉਣਾ ਹੈ ਵਸਣਯੋਗ ਰਸਣਯੋਗ, ਅਸੀਂ ਇੱਥੇ ਵਸਣਾ। ਹੈ ਕੋਈ ਕਵੀ ਇੱਥੇ, ਹੈ ਕੋਈ ਸੰਗੀਤਕਾਰ, ਸਾਜ਼ੀਆਂ ਦੀ ਟੋਲੀ ਕੋਈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਇਹ ਸਨ ਸਾਹਿਤਕਾਰ ਸਰਜੀਤ ਪਾਤਰ, ਜਿਨ੍ਹਾਂ ਨੇ ਆਪਣੀ ਰਚਨਾ ਜਿਹੜੀ ਹੈ ਉਹ ਇੱਕ ਵਾਰ ਫਿਰ ਜਗਾਉਣ ਲਈ ਕੀਤੀ ਹੈ, ਕਿਉਂਕਿ ਬਹੁਤ ਸਾਰੀਆਂ ਰਚਨਾਵਾਂ ਦੀ ਜਿਹੜੀ ਹੈ ਰਚਨਾ ਇਹ ਕਰਦੇ ਰਹਿੰਦੇ ਆ, ਗਜ਼ਲਾਂ ਰਾਹੀਂ, ਕਵਿਤਾਵਾਂ ਰਾਹੀਂ, ਬਹੁਤ ਸਾਰੀਆਂ ਪੁਸਤਕਾਂ ਰਾਹੀਂ ਜਗਾਉਣ ਦਾ ਜਿਹੜਾ ਇੱਕ ਹੋਕਾ, ਪੰਜਾਬ ਦੀ ਗੱਲ ਕੀਤੀ ਹੈ, ਨਸ਼ੇ ਦੀ ਗੱਲ ਕੀਤੀ ਹੈ, ਤੇ ਆਪਣੀ ਰਚਨਾ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿਸ ਤਰ੍ਹਾਂ ਦੀ ਧਰਾਤਲ ਪੰਜਾਬ ਦੀ ਹੋਣੀ ਚਾਹੀਦੀ ਹੈ, ਤੇ ਕਿਸ ਤਰ੍ਹਾਂ ਪੰਜਾਬ ਨੂੰ ਪ੍ਰਵਾਸ ਭਰਨੀ ਚਾਹੀਦੀ ਹੈ। ਜਿਸ ਤਰ੍ਹਾਂ ਦੀਆਂ ਰਚਨਾਵਾਂ ਦੀ ਗੱਲ ਸਰਜੀਤ ਪਾਤਰ ਹੋਰਾਂ ਨੇ ਕੀਤੀ ਹੈ, ਉਹ ਇਹੋ ਸੇਧ ਦਿੰਦੀ ਹੈ ਕਿ ਸਾਨੂੰ ਚੰਗੇ ਗਿਆਨ ਤੇ ਚੰਗੇ ਸਾਹਿਤ ਨਾਲ ਜੁੜਨਾ ਚਾਹੀਦਾ ਹੈ। ਕੈਮਰਾਮੈਨ ਅਮਰੀਕੇਂਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮਸਾ TV, ਪਟਿਆਲਾ।